ਕਈ ਵਾਰ ਇੱਦਾਂ ਦੇਖਿਆ ਕਿ BSF ਜਾਂ ਹੋਰ ਪੈਰਾਮਿਲਟਰੀ ਫੋਰਸਿਸ ਨੂੰ ਵੀ ਤੈਨਾਤ ਕੀਤਾ ਜਾਂਦਾ ਹੈ ਵੀ ਅੱਜ ਕੋਈ ਐਕਸ਼ਨ ਹੋਏਗਾ, ਪਰ ਐਕਸ਼ਨ ਲੈਣ ਤੋਂ ਪਹਿਲੇ ਸਰਕਾਰ ਵੀ ਘਬਰਾਈ ਹੋਈ ਹੈ, ਕਿਉਂਕਿ ਸ਼ਾਂਤੀਮੈ ਅੰਦੋਲਨ ਦੇ ਉੱਤੇ ਕੋਈ ਐਕਸ਼ਨ ਲੈਣਾ ਉਹੀ ਗੱਲ ਹੋਏਗੀ ਜਿਹੜਾ ਜਲਿਆਂਵਾਲਾ ਬਾਗ ਤੇ ਹੋਈ ਸੀਗੀ। ਤੁਸੀਂ ਵੀ ਸਾਰਾ ਕਵਰ ਕੀਤਾ ਹੈ, ਤੁਹਾਨੂੰ ਲੱਗਿਆ ਇੱਥੇ ਕੋਈ ਟੁਕੜੇ ਗੈਂਗ ਵਾਲੇ ਹੈਗੇ ਹੈ ਜਾਂ ਕੋਈ ਖਾਲਿਸਤਾਨੀ ਹੈਗੇ ਹੈ ਜਾਂ ਕੋਈ ਅੱਤਵਾਦੀ ਹੈਗੇ ਹੈ? ਜਿਸ ਸ਼ਾਂਤੀਮੈ ਢੰਗ ਨਾਲ ਇਹ ਅੰਦੋਲਨ ਚੱਲ ਰਿਹਾ ਹੈ, ਇਹੀ ਇਸ ਅੰਦੋਲਨ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਲੱਗਦਾ ਇੱਦਾਂ ਹੈ ਕਿ ਈਗੋ ਫਸੀ ਹੈ, ਕਿਉਂਕਿ ਜਦ ਅਸੀਂ ਕਿਸੇ ਸਰਕਾਰੀ ਬੰਦੇ ਨਾਲ ਜਾਂ ਸਰਕਾਰੀ BJP ਦੇ ਵਰਕਰ ਨਾਲ ਜਾਂ ਲੀਡਰ ਨਾਲ ਗੱਲ ਕਰਦੇ ਹਾਂ ਤੇ ਉਹ ਗੱਲ ਦੀ ਸ਼ੁਰੂਆਤ ਹੀ ਇੱਥੋਂ ਕਰਦੇ ਆ ਵੀ ਕਾਨੂੰਨ ਤੇ ਵਾਪਸ ਨਹੀਂ ਹੋਣੇ। ਇਹੀ ਗੱਲ ਕੱਲ ਮੋਦੀ ਸਾਹਿਬ ਨੇ ਵੀ ਕਹੀ ਵੀ ਕਾਨੂੰਨ ਤੋਂ ਕਿਸੇ ਵੀ ਤਰੀਕੇ ਨਾਲ ਵਾਪਸ ਨਹੀਂ ਹੋਣੇ, ਕਿਉਂਕਿ ਇਹ ਕਿਸਾਨੋਂ ਕੇ ਹਿੱਤ ਕੇ ਹੈ। ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਕਿਸਾਨਾਂ ਦੇ ਹਿੱਤ 'ਚ ਕਾਨੂੰਨ, ਕਿਸਾਨ ਸੜਕਾਂ ਤੇ ਕਿਹਦਾ ਹਿੱਤ ਕਰ ਰਹੇ ਹੋ ਤੁਸੀਂ? ਲੱਗਦਾ ਹੈ ਕਿ ਕਿਸਾਨ ਵੀ ਲੰਬੀ ਲੜਾਈ ਲੜਨ ਵਾਸਤੇ ਤਿਆਰ ਹੈ ਔਰ ਦੂਜੇ ਪਾਸੇ ਸਰਕਾਰ ਉਹ ਵੀ ਝੁਕਣ ਵਾਸਤੇ ਤਿਆਰ ਨਹੀਂ ਹੈਗੀ, ਪਰ ਇਹ ਲੜਾਈ ਬਹੁਤ ਲੰਬੀ ਚੱਲ ਸਕਦੀ ਹੈ, ਕਿਉਂਕਿ ਕਿਸਾਨ ਆਪਣਾ ਪੂਰਾ ਰਾਸ਼ਨ ਪਾਣੀ ਲੈ ਕੇ ਦਿੱਲੀ ਦੀ ਸੜਕਾਂ ਨੂੰ ਘੇਰ ਕੇ ਬੈਠੇ ਨੇ। ਕਿਸਾਨੀ ਘੋਲ ਲਗਾਤਾਰ ਮੰਗਦਾ ਜਾ ਰਿਹਾ ਹੈ, ਸਰਕਾਰਾਂ ਵੀ ਅੜੀਆਂ ਹੋਈਆਂ ਨੇ ਤੇ ਕਿਸਾਨ ਵੀ ਅੜੇ ਹੋਏ, ਕਹਿੰਦੇ ਵੀ ਕਾਨੂੰਨ ਰੱਦ ਕਰਾ ਕੇ ਵਾਪਸ ਜਾਵਾਂਗੇ। ਸਰਕਾਰ ਦਾ ਰਵੱਈਆ ਕਿਹੋ ਜਿਹਾ ਹੈ, ਕੀ ਸਰਕਾਰ ਝੁਕ ਸਕਦੀ ਹੈ? ਇਸ ਸਾਰੇ ਕਾਸੇ ਬਾਰੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਸੀਨੀਅਰ ਪੱਤਰਕਾਰ ਰਾਜੀਵ ਭਾਸਕਰ ਜੀ ਨੇ, ਦਿੱਲੀ ਪਹੁੰਚੇ ਨੇ। ਭਾਸਕਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਦਿਨ ਹੋ ਗਏ ਹੁਣ ਤੱਕ ਘੋਲ ਚੱਲਦਿਆਂ ਨੂੰ, 26 ਤਰੀਕ ਤੋਂ ਕਿਸਾਨ ਪਹੁੰਚੇ ਹੋਏ ਨੇ, ਗਿਣਤੀ ਵੱਧ ਰਹੀ ਹੈ, ਤੁਸੀਂ ਵੀ ਦੇਖ ਰਹੇ ਹੋ ਲਗਾਤਾਰ ਇੱਥੇ ਪਹੁੰਚਣ ਵਾਲਿਆਂ ਦੀ। ਸਰਕਾਰ ਦੇ ਨਜ਼ਰੀਏ ਤੋਂ ਕਿਵੇਂ ਦੇਖੀ? ਸਰਕਾਰ ਦਾ ਨਜ਼ਰੀਆ, ਜਿੱਦਾਂ ਤੁਸੀਂ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹੀਆਂ ਹੋਣਗੀਆਂ, ਲੱਗਦਾ ਨਹੀਂ ਕਿ ਕੇਂਦਰ ਸਰਕਾਰ ਕਾਨੂੰਨ ਨੂੰ ਰੱਦ ਕਰਨ ਦੇ ਜਾਂ ਖਾਸ ਕਰਕੇ ਇਹ 3 ਕਾਨੂੰਨਾਂ ਨੂੰ ਰੱਦ ਕਰਨ ਦੇ ਪੱਖ 'ਚ ਹੈਗੀ ਹੈ, ਪਰ ਉਹ ਵਿੱਚ ਦਾ ਰਾਸਤਾ ਭਾਲ ਰਹੇ ਨੇ, ਪਰ ਕਿਸਾਨ ਅੜੇ ਹੋਏ ਨੇ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਜਦ 5ਵੇਂ ਗੇੜੇ ਦੀ ਗੱਲ ਸੀਗੀ, ਉੱਥੇ ਕਿਸਾਨਾਂ ਨੇ ਯੈਸ ਔਰ ਨੋ ਇਸ ਗੱਲ ਨੂੰ ਉਠਾਇਆ ਸੀਗਾ ਕਿ ਹਾਂ ਕਾਨੂੰਨ ਤੁਸੀਂ ਰੱਦ ਕਰੋਗੇ ਜਾਂ ਨਹੀਂ ਕਰੋਗੇ। ਉਸ ਤੋਂ ਬਾਅਦ ਗੱਲ ਐ ਸੀਗੀ ਕਿ ਸ਼ਾਇਦ 2-4 ਦਿਨ ਬਾਅਦ ਜਾਂ 9 ਦਸੰਬਰ ਨੂੰ ਅਗਲੇ ਗੇੜੇ ਦੀ ਗੱਲਬਾਤ ਹੋਣੀ ਸੀ, ਉਹ ਨਹੀਂ ਹੋਈ। ਇੱਕ ਦਿਨ ਪਹਿਲੇ ਯਾਨੀ 7 ਤਰੀਕ ਨੂੰ ਜਦ ਅਮਿਤ ਸ਼ਾਹ ਉਹਨਾਂ ਨੇ ਬੁਲਾਇਆ, ਉੱਥੇ ਵੀ ਉਹ ਗੱਲ ਨਹੀਂ ਬਣੀ। ਤੇ ਹੁਣ ਗੱਲਬਾਤ ਕਦੋਂ ਹੋਏਗੀ ਇਹਦਾ ਹਜੇ ਤੱਕ ਸੂਤਰ ਤੇ ਦੱਸ ਰਹੇ ਨੇ ਕਿ ਸ਼ਾਇਦ ਕੱਲ੍ਹ ਉਹਨਾਂ ਨੂੰ ਗੱਲਬਾਤ ਵਾਸਤੇ ਬੁਲਾਇਆ ਜਾ ਸਕਦਾ ਹੈ, ਪਰ ਹਜੇ ਤੱਕ ਕੋਈ ਇਨਵੀਟੇਸ਼ਨ ਨਹੀਂ ਦਿੱਤਾ ਗਿਆ। ਹੁਣੇ ਥੋੜ੍ਹੀ ਦੇਰ ਬਾਅਦ ਪ੍ਰੈਸ ਕਾਨਫਰੰਸ ਵੀ ਕਿਸਾਨਾਂ ਦੇ ਆਗੂਆਂ ਦੀ ਹੋਏਗੀ, ਉਹਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਏਗਾ ਕਿ ਸਰਕਾਰ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਹੈ, ਡੈਡਲੋਕ ਬਣਿਆ ਜਾਂ ਕੁਝ ਗੰਢਾਂ ਖੁੱਲ੍ਹੀਆਂ। ਪਰ ਫਿਲਹਾਲ ਲੱਗਦਾ ਹੈ ਕਿ ਕਿਸਾਨ ਵੀ ਲੰਬੀ ਲੜਾਈ ਲੜਨ ਵਾਸਤੇ ਤਿਆਰ ਹੈ ਔਰ ਦੂਜੇ ਪਾਸੇ ਸਰਕਾਰ ਉਹ ਵੀ ਝੁਕਣ ਵਾਸਤੇ ਤਿਆਰ ਨਹੀਂ ਹੈਗੀ, ਪਰ ਇਹ ਲੜਾਈ ਬਹੁਤ ਲੰਬੀ ਚੱਲ ਸਕਦੀ ਹੈ, ਕਿਉਂਕਿ ਕਿਸਾਨ ਆਪਣਾ ਪੂਰਾ ਰਾਸ਼ਨ ਪਾਣੀ ਲੈ ਕੇ ਦਿੱਲੀ ਦੀ ਸੜਕਾਂ ਨੂੰ ਘੇਰ ਕੇ ਬੈਠੇ ਨੇ। ਇਹ ਸਿਰਫ ਇਸ ਬਾਰਡਰ ਦਾ, ਸਿੰਘੂ ਬਾਰਡਰ ਦੀ ਹਾਲ ਨਹੀਂ ਹੈ, ਤੁਸੀਂ ਹੋਰ ਵੀ ਜਿਹੜੇ ਬਾਰਡਰ ਨੇ, ਅੱਜ ਰਾਜਸਥਾਨ ਬਾਰਡਰ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿੰਨਾ ਵੱਡਾ ਕਿਸਾਨਾਂ ਦਾ ਜੱਥਾ ਉੱਥੇ ਆਇਆ। ਤਾਂ ਹਾਲਾਤ ਇਹ ਲੱਗ ਰਿਹਾ ਕਿ ਅਭੀ ਇਹ ਲੜਾਈ ਹਜੇ ਲੰਬੀ ਚਲੇਗੀ। ਭਾਸਕਰ ਸਾਹਿਬ, ਲੋਕਤੰਤਰ, ਲੋਕਾਂ ਵੱਲੋਂ ਚੁਣੀ ਸਰਕਾਰ, ਲੋਕਾਂ ਦੇ ਲਈ ਚੁਣੀ ਸਰਕਾਰ, ਇੱਕ ਰੋਸ ਇਹ ਵੀ ਹੈ ਕਿਸਾਨਾਂ ਦੇ ਵਿੱਚ ਕਿ ਜੇ ਲੋਕਾਂ ਦੀ ਸੁਣਵਾਈ ਹੈ ਨਹੀਂ, ਐਡੀ ਵੱਡੀ ਗਿਣਤੀ 'ਚ ਕਹਿੰਦੇ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਦੋਲਨ ਹੈ, ਇਹ ਗੱਲ ਮੰਨਣ ਵਾਲੀ ਹੈ। ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੇ ਅੰਦੋਲਨ ਜੇ ਐਡਾ ਲੰਬਾ ਚੱਲਦਾ ਤਾਂ ਲੋਕਤੰਤਰ ਸਰਕਾਰ ਦੇ ਉੱਤੇ ਵੀ ਤਾਂ ਸਵਾਲ ਖੜੇ ਕਹਿੰਦੇ ਹੁੰਦੇ ਹੀ ਨੇ। ਬਿਲਕੁਲ ਠੀਕ ਗੱਲ ਹੈ, ਕਿਉਂਕਿ ਇੰਨਾ ਲੰਬਾ ਅੰਦੋਲਨ, ਜੇ CEA ਦਾ ਅੰਦੋਲਨ ਦੇਖੋਗੇ ਤੇ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਚਲੋ ਮੁਸਲਿਮ ਕਮਿਊਨਿਟੀ ਹੀ ਸਿਰਫ ਅੰਦੋਲਨ ਕਰ ਰਹੀ ਹੈ, ਔਰ ਉਹ ਅੰਦੋਲਨ ਵੀ ਸਰਕਾਰ ਦੇ ਹੱਥ ਖੜੇ ਕਰਨ ਵਾਸਤੇ ਕਾਫੀ ਸੀਗਾ। ਉਹ ਤੇ ਚਲੋ ਕਰੋਨਾ ਆਉਣ ਤੋਂ ਬਾਅਦ ਉਹ ਅੰਦੋਲਨ ਆਪਣੀ ਆਪ ਹੀ ਖਤਮ ਕੀਤਾ ਗਿਆ, ਜਾਂ ਹਾਲਾਂਕਿ ਉਹ ਅੰਦੋਲਨ ਵੀ ਖਤਮ ਹੋਣ ਵਾਲਾ ਨਹੀਂ ਸੀਗਾ। ਉਸ ਤੋਂ ਬਾਅਦ ਆ ਕਿਸਾਨਾਂ ਦਾ ਅੰਦੋਲਨ, ਜਿਸ ਤਰੀਕੇ ਨਾਲ ਸ਼ਾਹੀਨ ਬਾਗ ਦੇ ਅੰਦੋਲਨ ਨੂੰ ਡੀਗ੍ਰੇਡ, ਡੀਫੇਮ ਕਰਨ ਦੀ ਕੋਸ਼ਿਸ਼ ਸਰਕਾਰ ਨੇ ਕੀਤੀ ਸੀ, ਹੁਣ ਉਹੀ ਕੋਸ਼ਿਸ਼ਾਂ ਸਰਕਾਰ, ਸਰਕਾਰੀ ਏਜੰਸੀਆਂ ਕਰ ਰਹੀਆਂ ਕਿ ਇੱਥੇ ਜਿਹੜੇ ਸਿੰਘੂ ਬਾਰਡਰ ਤੇ ਜਾਂ ਹੋਰ ਬਾਰਡਰਾਂ ਤੇ ਜਿਹੜੇ ਕਿਸਾਨ ਆਏ ਨੇ, ਇਹ ਗੁੰਮਰਾਹ ਕੀਤੇ ਗਏ ਨੇ, ਇਹ ਖਾਲਿਸਤਾਨੀ ਕਿਸਾਨ ਨੇ। ਇਹ ਮਤਲਬ ਜਿਸ ਤਰ੍ਹਾਂ ਤੁਸੀਂ ਕਈ ਟਰੈਕਟਰਾਂ ਦੇ ਉੱਤੇ ਵੀ ਲਿਖਿਆ ਦੇਖਿਆ ਹੋਏਗਾ, ਵੀ ਆਰ ਫਾਰਮਰਸ ਨੋਟ ਟੈਰਰਿਸਟ। ਇਹ 'ਚੋਂ ਸਵਾਲ ਨਿਕਲਦਾ ਹੈ ਭਾਸਕਰ ਸਾਹਿਬ, ਨੈਸ਼ਨਲ ਮੀਡੀਆ ਉੱਤੇ ਲਗਾਤਾਰ ਸਵਾਲ ਸ਼ਾਹੀਨ ਬਾਗ 'ਚ ਵੀ ਹੋਏ ਸੀਗੇ, ਹੁਣ ਵੀ ਲੋਕ ਸਵਾਲ ਖੜਾ ਕਰ ਰਹੇ ਨੇ ਕਿ ਮੀਡੀਆ ਤਾਂ ਚੌਥਾ ਥੰਮ ਹੁੰਦਾ ਹੈ, ਉਹ ਬੁਲਾਰਿਆਂ ਵਾਂਗੂ ਕੰਮ ਕਰ ਰਿਹਾ ਹੈ। ਹੁਣ ਲੱਗਦਾ ਕਿ ਭਰੋਸੇਯੋਗਤਾ ਕਿਤੇ ਨਾ ਕਿਤੇ ਪੱਤਰਕਾਰੀ ਦੀ, ਹਾਲਾਂਕਿ ਸ਼ਬਦ ਬੋਲਦੇ ਹੋਏ ਵੀ ਹੋਰ ਤਰ੍ਹਾਂ ਲੱਗ ਰਿਹਾ ਹੈ, ਭਰੋਸੇਯੋਗਤਾ ਪੱਤਰਕਾਰਿਤਾ ਦੀ ਲਗਭਗ ਖਤਮ ਹੋ ਗਈਆਂ ਜਾਂ ਕਿੱਥੇ ਖੜੀ ਦੇਖਦੇ ਹੋ? ਕਿਸਾਨ ਤੋਂ ਲੈ ਕੇ
ਦੇਸ਼ ਦੇ ਲੋਕ ਬਹੁਤ ਅਵੇਅਰ ਨੇ। ਉਹ ਤੁਹਾਨੂੰ ਇਸ ਗੱਲ ਦਾ ਪਤਾ ਇੱਥੇ ਅੰਦੋਲਨ ਦੇ ਵਿੱਚ ਆ ਕੇ ਪਤਾ ਲੱਗਦਾ ਹੈ, ਜਦ ਕਈ ਟਰੈਕਟਰ ਟਰਾਲੀਆਂ ਦੇ ਉੱਤੇ ਗੋਦੀ ਮੀਡੀਆ ਨੂੰ ਬਾਈਕਾਟ ਕਰਨ ਦੀ ਗੱਲ ਕੀਤੀ ਜਾਂਦੀ ਹੈ। ਕੁਝ ਟੀਵੀ ਚੈਨਲਾਂ ਦਾ ਤੇ ਨਾਂ ਲਿਖ ਕੇ ਉਹਨਾਂ ਨੇ ਕਿਹਾ ਹੈ ਕਿ ਵੀ ਸਾਨੂੰ ਨਹੀਂ ਲੋੜ ਕਿ ਤੁਸੀਂ ਸਾਨੂੰ ਕਵਰ ਕਰੋ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਕਈ ਚੈਨਲ ਵਾਕਈ ਇਸ ਅੰਦੋਲਨ ਨੂੰ ਖਾਲਿਸਤਾਨੀ ਮੂਵਮੈਂਟ ਦਾ ਇੱਕ ਹਿੱਸਾ ਦੱਸ ਰਹੇ ਨੇ। ਔਰ ਅੱਜ ਵੀ ਅਗਰ ਤੁਸੀਂ ਅਖਬਾਰਾਂ ਪੜ੍ਹੋਗੇ तो एक मंत्री ने, बीजेपी के मंत्री ने बयान दिता है कि भाई हम टुकड़े टुकड़े गैंग के साथ सख्ती से निपटेंगे। हुण तुसीं इत्थे आए हो, तुसीं भी सारा कवर किया, तुहानूं लग्या इत्थे कोई टुकड़े टुकड़े गैंग वाले हैगे हैं या कोई खालिस्तानी हैगे हैं या कोई अतवादी हैगे हैं। जिस शांतिमय ढंग नाल यह अंदोलन चल रहा है, यही इस अंदोलन की सब तो वड्डी खूबसूरती है। और अगर यह अंदोलन दे विच इन्हां नूं जित मिलती है तो जित का कारण भी यह शांतिमय अंदोलन ही होएगा। क्योंकि इत्थे अगर तुसीं कई बार असीं सुनते हैं कि भी हुण किसानां नूं खदेड़न वास्ते सरकार केंद्र की कोई वड्डा कदम चुक सकती है। कई बार इदा देखिया कि BSF या होर पैरामिलिटरी फोर्सेस नूं भी तैनात किया जाता है भी अज कोई एक्शन होएगा। पर एक्शन लैन तो पहले सरकार भी घबराई हुई है, क्योंकि शांतिमय अंदोलन के उत्ते कोई एक्शन लेना वही गल होएगी जिहड़ा जलियांवाला बाग ते होई सीगी। बिल्कुल जलियांवाला बाग बिल्कुल ठीक गल तुहाडी। एजेंसियां ਹੁਣ तक ਵੱਡੇ ਵੱਡੇ ਅੰਦੋਲਨਾਂ ਨੂੰ ਖੁਰਦ-ਬੁਰਦ ਕਰਦੀਆਂ ਰਹੀਆਂ ਨੇ। ਸਿੱਧੇ ਤੌਰ ਤੇ ਸਵਾਲ ਏਜੰਸੀਆਂ ਤੇ ਵੀ ਖੜੇ ਹੁੰਦੇ ਰਹੇ। ਹੁਣ ਵੀ ਕਹਿੰਦੇ ਵੀ ਇਸ ਅੰਦੋਲਨ 'ਚ ਵੀ ਸ਼ਰਾਰਤ ਕਰਾਉਣ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ। ਏਜੰਸੀਆਂ ਲੋਕ ਹਿੱਤ 'ਚ ਹੁੰਦੀਆਂ ਨੇ ਜਾਂ ਸਰਕਾਰ ਹਿੱਤ 'ਚ ਹੁੰਦੀਆਂ? ਕਿਉਂਕਿ ਏਜੰਸੀਆਂ ਦਾ ਕੰਮ ਤੇ ਇਹ ਹੁੰਦਾ ਨਾ ਕਿ ਭਾਰਤ ਲਈ ਕੰਮ ਕਰਨਾ। बिल्कुल ठीक गल है। और सरकार इदा दी एजेंसियां का अक्सर यूज़ करती है। जिदा मैं तुहानूं पहले शाहीन बाग का जिक्र कर चुकिया, उत्थे भी डिवाइड किया गया, यानी ऐदा शो किया गया कि एक पर्टिकुलर कम्यूनिटी का यह शो है और उत्थे कोई भी जाता सीगा। तुहानूं वो दिन याद होएगा जब उत्थे एक व्यक्ति ने गोली चलाई सीगी, फिर उस गोली चलाने वाले व्यक्ति का पिछोकड़ देखा गया तो वो किसी न किसी जगह केंद्र सरकार का कनैक्शन निकलिया। और ऐदा ही कुछ इत्थे भी हो सकता है। असीं ऐ नहीं सकते होएगा, हो सकता है, क्योंकि सरकार वास्ते यह अंदोलन एक बहुत वड्डी सिरदर्दी बनया होया है। और सरकारां कोल कई तरीके होंदे हैं जो अंदोलन नूं डिफेम करके उहनूं डिरेल करन, और वो कोशिशां जारी। आखिरी सवाल, भविख किवें देखदे हो? क्योंकि इधरों भी दबाਅ लगातार वधा जा रहा है, भुख हड़ताल ते बह गए किसान। भविख किवें देखदे हो कि सरकार की ईगो फसी हुई है सरकार दी, या कारण की लगदा है तुहानूं? भविख की लगदा है सारे पासे? ਇਹ ਤੁਸੀਂ ਜਿਹੜੀ ਈਗੋ ਵਾਲੀ ਗੱਲ ਕੀਤੀ ਹੈ, ਲੱਗਦਾ ਇਦਾਂ ਹੈ ਕਿ ਈਗੋ ਫਸੀ ਹੈ। ਕਿਉਂਕਿ ਜਦ ਅਸੀਂ ਕਿਸੇ ਸਰਕਾਰੀ ਬੰਦੇ ਨਾਲ ਜਾਂ ਸਰਕਾਰੀ BJP ਦੇ ਵਰਕਰ ਨਾਲ ਜਾਂ ਲੀਡਰ ਨਾਲ ਗੱਲ ਕਰਦੇ ਹਾਂ ਤੇ ਉਹ ਗੱਲ ਦੀ ਸ਼ੁਰੂਆਤ ਹੀ ਇੱਥੋਂ ਕਰਦੇ ਆ ਵੀ ਕਾਨੂੰਨ ਤੇ ਵਾਪਸ ਨਹੀਂ ਹੋਣੇ। ਇਹੀ ਗੱਲ ਮੋਦੀ ਸਾਹਿਬ ਨੇ ਵੀ ਕਹੀ ਵੀ ਕਾਨੂੰਨ ਤੋਂ ਕਿਸੇ ਵੀ ਤਰੀਕੇ ਨਾਲ ਵਾਪਸ ਨਹੀਂ ਹੋਣੇ, ਕਿਉਂਕਿ ਇਹ ਕਿਸਾਨों के हित के हैं। ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਕਿਸਾਨਾਂ ਦੇ ਹਿੱਤ 'ਚ ਕਾਨੂੰਨ, ਕਿਸਾਨ ਸੜਕਾਂ ਤੇ ਕਿਹਦਾ ਹਿੱਤ ਕਰ ਰਹੇ ਹੋ ਤੁਸੀਂ? ਅਗਰ ਵਾਕਈ ਇਹ ਕਾਨੂੰਨ ਹਿੱਤ ਵਿੱਚ ਹੈਗੇ ਹੈ ਤੇ ਇਹਨਾਂ ਲੋਕਾਂ ਨੂੰ ਇੱਥੇ ਆ ਕੇ ਸਰਕਾਰ ਸਮਝਾਉਂਦੀ ਕਿਉਂ ਨਹੀਂ ਕਿ ਤੁਹਾਡੇ ਕਾਨੂੰਨ ਤੁਹਾਡੇ ਹਿੱਤਾਂ ਦੇ ਵਾਸਤੇ ਹੈ ਤੇ ਜੋ ਵੀ ਤੁਸੀਂ ਅਮੈਂਡਮੈਂਟ ਜਾਂ ਜੋ ਵੀ ਤੁਹਾਨੂੰ ਸ਼ੰਕਾ ਹੈਗੀ ਹੈ ਉਹਨੂੰ ਅਸੀਂ ਦੂਰ ਕਰਨ ਵਾਸਤੇ ਤਿਆਰ ਹਾਂ। ਪਰ ਕਿਸਾਨਾਂ ਨੇ ਸਰਕਾਰ ਨੂੰ ਇਸ ਗੱਲ ਨੂੰ ਸਮਝਾ ਦਿੱਤਾ ਕਿ ਇਹ ਸਾਡੇ ਇਹ ਜਿਹੜੇ ਕਾਨੂੰਨ ਤੁਹਾਡੇ ਬਣਾਏ ਹੋਏ ਨੇ ਇਹ ਹਿੱਤਾਂ ਵਿੱਚ ਨਹੀਂ ਹੈਗੇ, ਇਹ ਸਾਡੇ ਅਗੇਂਸਟ ਹੈਗੇ ਹੈ। ਔਰ ਤਾਂ ਹੀ ਕਰਕੇ ਉਹਨਾਂ ਨੇ ਯੈਸ ਔਰ ਨੋ ਤੇ ਆਪਣੀ ਸੂਈ ਅੜਾਈ। ਬਹੁਤ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕਰੀ। ਧੰਨਵਾਦ ਜੀ।